ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਮੈਂ ਹਾਂ ਕੰਚਨ ਤੁਸੀਂ ਦੇਖ ਰਹੇ ਹੋ ਇੰਡੋਜ਼ੀ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਹੈਡਲਾਈਨਸ ਦੇ ਨਾਲ। ਐਂਥਨੀ ਐਲਬਨੀਜ਼ੀ ਨੇ ਪੁਤਿਨ ਨੂੰ ਯੂਕਰੇਨ ਤੋਂ ਹਟਣ ਦੀ ਦਿੱਤੀ ਚੇਤਾਵਨੀ। ਪੈਟਰੋਲ ਵਾਲਾ ਟਰੱਕ ਬਣਿਆ ਸਿਡਨੀ ਦੇ ਪੈਟਰੋਲ ਪੰਪ ਉੱਪਰ ਲੱਗੀ ਭਿਆਨਕ ਅੱਗ ਦਾ ਕਾਰਨ। ਨਿਊਜ਼ੀਲੈਂਡ ਨੇ 87 ਰੂਸੀਆਂ ਵਿਰੁੱਧ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ। ਹੁਣ ਤੱਕ 1200 ਤੋਂ ਵੱਧ ਵਿਅਕਤੀਆਂ ਤੇ ਸੰਸਥਾਵਾਂ ਵਿਰੁੱਧ ਪਾਬੰਦੀਆਂ ਲਗਾਈਆਂ। ਪੈਟ ਕਮਿੰਸ ਭਿਆਨਕ ਬਿਮਾਰੀ ਕਾਰਨ ਤੀਜੇ ਟੈਸਟ ਵਿੱਚੋਂ ਬਾਹਰ। ਸਟੀਵ ਸਮਿਥ ਨੂੰ ਸੌਂਪੀ ਆਸਟ੍ਰੇਲੀਆ ਦੀ ਕਪਤਾਨੀ। ਆਸਟ੍ਰੇਲੀਆ 'ਚ ਭਾਰਤ ਦੇ ਵਣਜ ਦੂਤਕਾਰ ਨੂੰ ਖਾਲਿਸਤਾਨ ਸਮਰਥਕਾਂ ਨੇ ਬਣਾਇਆ ਨਿਸ਼ਾਨਾ, ਲਾਇਆ ਖਾਲਿਸਤਾਨੀ ਝੰਡਾ। ਵਾਈਸ ਟੂ ਪਾਰਲੀਮੈਂਟ ਨੂੰ ਸ਼ਾਮਲ ਕਰਨ ਕਰਕੇ ਛਿੜਿਆ ਬਵਾਲ। ਸੰਸਦ ਦੀ ਆਵਾਜ਼ ਨੂੰ ਸਿਆਸੀ ਪਾੜਾ ਵਜੋਂ ਵਰਤਣ ਦਾ ਦੋਸ਼। ਵਿਕਟੋਰੀਆ ਦੀ ਸਰਕਾਰ ਜ਼ਮੀਨ ਮਾਲਕਾਂ ਦਾ ਕਰੇਗੀ ਭੁਗਤਾਨ। ਜ਼ਮੀਨ ਮਾਲਕਾਂ ਨੂੰ $8,000 ਪ੍ਰਤੀ ਕਿਲੋਮੀਟਰ ਪ੍ਰਤੀ ਸਾਲ ਦੀ ਅਦਾਇਗੀ। ਸਾਬਕਾ ਲਿਬਰ ਐਮਪੀ ਵੱਲੋਂ NSW ਚੋਣਾਂ ਵਿੱਚ ਮੋਨਾਰੋ ਤੋਂ ਸੀਟ ਦੀ ਮੰਗ। ਪ੍ਰੀ ਚੋਣ ਲਈ ਉਮੀਦਵਾਰ ਵਜੋਂ ਚੋਣ ਲੜ ਰਿਹਾ। ਹੁਣ ਖਬਰਾਂ ਵਿਸਥਾਰ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਵਲਾਦੀਮੀਰ ਪੁਤਿਨ ਨੂੰ ਸਖਤ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਰੂਸੀ ਰਾਸ਼ਟਰਪਤੀ ਨੂੰ ਜੰਗ ਬੰਦ ਕਰਨ ਅਤੇ ਯੂਕਰੇਨ ਤੋਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਲਈ ਕਿਹਾ ਹੈ। ਇਹ ਬਿਆਨ ਉਦੋਂ ਆਇਆ ਜਦੋਂ ਆਸਟ੍ਰੇਲੀਆ ਨੇ ਯੂਕਰੇਨ ਦੀਆਂ ਰੱਖਿਆ ਬਲਾਂ ਨੂੰ ਨਵੇਂ ਡਰੋਨ ਪ੍ਰਣਾਲੀਆਂ ਦਾ ਹਵਾਲਾ ਕੀਤਾ ਅਤੇ ਰੂਸ ਦੇ ਹਮਲੇ ਨਾਲ ਜੁੜੇ ਲੋਕਾਂ ਤੇ ਵਾਧੂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਵਾਧੂ ਆਸਟ੍ਰੇਲੀਆਈ ਸਮਰਥਨ ਦੀ ਘੋਸ਼ਣਾ ਕਰਦੇ ਹੋਏ ਯੂਕਰੇਨ ਉੱਤੇ ਰੂਸੀ ਹਮਲੇ ਦੀ ਪਹਿਲੀ ਵਰ੍ਹੇਗੰਢ ਨੂੰ ਮਨਾਉਣ ਲਈ ਇੱਕ ਮਹੱਤਵਪੂਰਨ ਭਾਸ਼ਣ ਦਿੱਤਾ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਵਿੱਚ ਜੰਗ ਰੋਕਣ ਅਤੇ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਰੂਸ ਦੇ ਹਮਲੇ ਦੇ 1 ਸਾਲ ਦੀ ਨਿਸ਼ਾਨਦੇਹੀ ਕਰਦੇ ਹੋਏ ਸ਼੍ਰੀਮਾਨ ਐਲਬਨੀਜ਼ੀ ਨੇ ਯੂਕਰੇਨ ਦੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨੇ ਇੱਕ ਬਹੁਤ ਵੱਡੇ ਦੇਸ਼ ਦੇ ਵਿਰੁੱਧ ਦਲੇਰੀ ਅਤੇ ਲਚਕੀਲੇਪਣ ਦਾ ਪ੍ਰਦਰਸ਼ਨ ਕੀਤਾ ਸੀ। ਦੱਸਣਯੋਗ ਹੈ ਕਿ ਰੂਸ ਦੇ ਖਿਲਾਫ ਲੜਾਈ ਵਿੱਚ ਕੀਵ ਦੀ ਮਦਦ ਕਰਨ ਲਈ ਆਸਟ੍ਰੇਲੀਆ ਯੂਕਰੇਨ ਨੂੰ ਡਰੋਨ ਪ੍ਰਦਾਨ ਕਰੇਗਾ। $33 ਮਿਲੀਅਨ ਦਾ ਪੈਕੇਜ ਖੂਫੀਆ ਜਾਣਕਾਰੀ ਇਕੱਠੀ ਕਰਨ, ਨਿਗਰਾਨੀ ਅਤੇ ਖੋਜ ਸਮਰੱਥਾਵਾਂ ਵਿੱਚ ਮਦਦ ਕਰੇਗਾ। ਵਿੱਤੀ ਪਾਬੰਦੀਆਂ ਅਤੇ ਯਾਤਰਾ ਪਾਬੰਦੀਆਂ ਦਾ ਇੱਕ ਹੋਰ ਸੂਟ ਵੀ 90 ਲੋਕਾਂ ਅਤੇ 40 ਸੰਸਥਾਵਾਂ ਦੇ ਵਿਰੁੱਧ ਲਾਗੂ ਕੀਤਾ ਜਾਵੇਗਾ। ਅੱਗ ਬੁਝਾਓ ਦਸਤੇ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਿਡਨੀ ਦੇ ਦੱਖਣ ਪੱਛਮੀ ਖੇਤਰ ਵਿੱਚ ਜਦੋਂ ਇੱਕ ਟੈਂਕਰ ਰਾਹੀਂ ਪੈਟਰੋਲ ਭਰਿਆ ਜਾ ਰਿਹਾ ਸੀ ਤਾਂ ਅਚਾਨਕ ਕਿਤੋਂ ਕੋਈ ਚਿੰਗਾੜਾ ਆ ਗਿਆ ਅਤੇ ਉਸਨੇ ਪੈਟਰੋਲ ਨਾਲ ਮਿਲ ਕੇ ਭਾਂਬੜ ਦਾ ਰੂਪ ਧਾਰਨ ਕਰ ਲਿਆ, ਜਿਸ ਨਾਲ ਕਿ ਪੈਟਰੋਲ ਸਟੇਸ਼ਨ ਪੂਰਾ ਦਾ ਪੂਰਾ ਸੜ ਕੇ ਸਵਾਹ ਹੋ ਗਿਆ। ਸਿਡਨੀ ਦੇ ਕੈਂਪਬਲ ਟਾਊਨ ਵਿਖੇ ਵੈਸਟ ਸਾਈਡ ਪੈਟਰੋਲੀਅਮ ਉੱਪਰ ਇਹ ਹਾਦਸਾ ਵਾਪਰਿਆ, ਜਿੱਥੇ ਕਿ ਕੁਝ ਪਲ ਪਹਿਲਾਂ ਹੀ ਉੱਥੇ ਕਈ ਕਾਰਾਂ, LPG ਸਿਲੰਡਰ ਆਦਿ ਮੌਜੂਦ ਸਨ ਅਤੇ ਇਹਨਾਂ ਦੀ ਜਾਂਦਿਆਂ ਹੀ ਹਾਦਸਾ ਵਾਪਰ ਗਿਆ। ਭਾਵੇਂ ਪੈਟਰੋਲ ਸਟੇਸ਼ਨ ਪੂਰੀ ਤਰ੍ਹਾਂ ਸੜ ਚੁੱਕਿਆ ਹੈ, ਪਰੰਤੂ ਕਿਸੇ ਵਿਅਕਤੀ ਨੂੰ ਵੀ ਕੋਈ ਸੱਟ ਫੇਟ ਨਹੀਂ ਲੱਗੀ ਅਤੇ ਨਾ ਹੀ ਹੋਰ ਕਿਸੇ ਵਾਹਨ ਨੂੰ ਹੀ ਕੋਈ ਨੁਕਸਾਨ ਪਹੁੰਚਿਆ। ਨਿਊਜ਼ੀਲੈਂਡ ਦੀ ਸਰਕਾਰ ਨੇ ਯੂਕਰੇਨ ਵਿਵਾਦ ਨੂੰ ਲੈ ਕੇ ਰੂਸ ਵਿਰੁੱਧ ਪਾਬੰਦੀਆਂ ਦੇ ਨਵੇਂ ਦੌਰ ਦਾ ਐਲਾਨ ਕੀਤਾ ਹੈ, ਜਿਸ ਵਿੱਚ ਫੌਜੀ ਕਰਮਚਾਰੀਆਂ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਨੇੜਤਾ ਵਾਲੇ ਲੋਕਾਂ ਸਮੇਤ 87 ਰੂਸੀ ਵਿਅਕਤੀ ਸ਼ਾਮਲ ਹਨ। ਵਿਦੇਸ਼ ਮੰਤਰੀ ਨੈਨੀਆ ਮਹੂਤਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮਹੂਤਾ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅੱਜ ਅਸੀਂ ਰੂਸ ਦੇ ਖਿਲਾਫ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਪਾਬੰਦੀਆਂ ਵਿੱਚੋਂ ਇੱਕ ਦਾ ਐਲਾਨ ਕੀਤਾ ਹੈ। 87 ਰੂਸੀ ਵਿਅਕਤੀਆਂ ਵਿਰੁੱਧ ਨਵੀਆਂ ਪਾਬੰਦੀਆਂ ਉਹਨਾਂ ਸਿਆਸੀ ਲੋਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਜੋ ਰੂਸ ਨਾਲ ਰਣਨੀਤਕ ਪ੍ਰਸੰਗਿਕਤਾ ਅਤੇ ਪੁਤਿਨ ਨਾਲ ਨੇੜਤਾ ਰੱਖਦੇ ਹਨ, ਪਰ ਪਾਬੰਦੀਸ਼ੁਦਾ ਲੋਕਾਂ ਦੀ ਸੂਚੀ ਪ੍ਰਦਾਨ ਨਹੀਂ ਕੀਤੀ ਹੈ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਸੀਂ ਜਿਨ੍ਹਾਂ ਫੌਜੀ ਕਰਮਚਾਰੀਆਂ ਤੇ ਪਾਬੰਦੀਆਂ ਲਗਾਈਆਂ ਹਨ ਉਹਨਾਂ ਨੇ ਸੰਘਰਸ਼ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ। ਦੱਸ ਦਈਏ ਕਿ ਨਿਊਜ਼ੀਲੈਂਡ ਫਰਵਰੀ 2022 ਦੇ ਆਖਿਰ ਵਿੱਚ ਰੂਸ ਵਿਰੋਧੀ ਪੱਛਮੀ ਪਾਬੰਦੀਆਂ ਦੀ ਮੁਹਿੰਮ ਵਿੱਚ ਸ਼ਾਮਿਲ ਹੋ ਗਿਆ ਸੀ। ਨਿਊਜ਼ੀਲੈਂਡ ਨੇ ਹੁਣ ਤੱਕ
ਰੂਸ ਅਤੇ ਸਹਿਯੋਗੀ ਬੇਲਾਰੂਸ ਦੇ 1200 ਤੋਂ ਵੱਧ ਵਿਅਕਤੀਆਂ ਤੇ ਸੰਸਥਾਵਾਂ ਵਿਰੁੱਧ ਪਾਬੰਦੀਆਂ ਲਗਾਈਆਂ ਹਨ। ਇਸ ਨੇ ਮਾਸਕੋ ਨਾਲ ਵਪਾਰ ਨੂੰ ਵੀ ਰੋਕ ਦਿੱਤਾ ਹੈ। ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਆਪਣੀ ਗੰਭੀਰ ਰੂਪ ਵਿੱਚ ਬਿਮਾਰ ਮਾਂ ਦੇ ਨਾਲ ਰਹਿਣ ਲਈ ਭਾਰਤ ਖਿਲਾਫ ਤੀਜੇ ਟੈਸਟ 'ਚ ਨਹੀਂ ਖੇਡਣਗੇ। ਕਮਿੰਸ ਨੇ ਆਸਟ੍ਰੇਲੀਆ ਦੇ ਕੋਚ ਐਂਡਰਿਊ ਮੈਕਡੋਨਲਡ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਉਸ ਨੂੰ ਚੌਥੇ ਟੈਸਟ ਲਈ ਭਾਰਤ ਵਾਪਸੀ ਦੀ ਉਮੀਦ ਹੈ। ਕਮਿੰਸ ਦੀ ਗੈਰ ਮੌਜੂਦਗੀ 'ਚ ਸਟੀਵ ਸਮਿਥ ਆਸਟ੍ਰੇਲੀਆ ਦੀ ਕਪਤਾਨੀ ਕਰਨਗੇ। ਦਿੱਲੀ ਵਿੱਚ ਭਾਰਤ ਤੋਂ ਟੀਮ ਦੇ ਦੂਜੇ ਟੈਸਟ ਵਿੱਚ ਹਾਰ ਤੋਂ ਤੁਰੰਤ ਬਾਅਦ ਕਮਿੰਸ ਆਪਣੇ ਪਰਿਵਾਰ ਨੂੰ ਮਿਲਣ ਲਈ ਆਸਟ੍ਰੇਲੀਆ ਰਵਾਨਾ ਹੋਏ। ਕਮਿੰਸ ਨੇ ਬਿਆਨ ਵਿੱਚ ਕਿਹਾ ਹੈ ਕਿ ਮੈਂ ਇਸ ਸਮੇਂ ਭਾਰਤ ਵਾਪਸ ਨਾ ਆਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਮੇਰੀ ਮਾਂ ਬਿਮਾਰ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਮੈਂ ਇੱਥੇ ਆਪਣੇ ਪਰਿਵਾਰ ਨਾਲ ਸਭ ਤੋਂ ਵਧੀਆ ਹਾਂ। ਮੈਂ ਕ੍ਰਿਕਟ ਆਸਟ੍ਰੇਲੀਆ ਤੇ ਮੇਰੇ ਸਾਥੀ ਖਿਡਾਰੀਆਂ ਤੋਂ ਮਿਲੇ ਭਾਰੀ ਸਮਰਥਨ ਦੀ ਸ਼ਲਾਘਾ ਕਰਦਾ ਹਾਂ। ਕਮਿੰਸ ਅਹਿਮਦਾਬਾਦ ਵਿੱਚ ਚੌਥੇ ਅਤੇ ਆਖਰੀ ਟੈਸਟ ਲਈ ਉਪਲਬਧ ਹੋਣ ਦਾ ਇਰਾਦਾ ਰੱਖਦੇ ਹਨ, ਪਰ ਸੰਭਵ ਹੈ ਕਿ ਉਹ ਬਾਕੀ ਦੀ ਲੜੀ ਤੋਂ ਬਾਹਰ ਬੈਠੇਗਾ। ਸਟਾਰ ਤੇਜ਼ ਗੇਂਦਬਾਜ਼ ਦੇ ਇੰਦੌਰ 'ਚ 1 ਮਾਰਚ ਤੋਂ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਤੋਂ ਪਹਿਲਾਂ ਭਾਰਤ ਪਰਤਣ ਦੀ ਉਮੀਦ ਸੀ। ਹਾਲਾਂਕਿ ਕਮਿੰਸ ਦੀ ਪਰਿਵਾਰਕ ਸਥਿਤੀ ਉਸ ਨੂੰ ਵਾਪਸ ਯਾਤਰਾ ਕਰਨ ਤੋਂ ਰੋਕੇਗੀ। ਸਟੀਵ ਸਮਿਥ ਨੂੰ ਕਪਤਾਨ ਵਜੋਂ ਭਰਨ ਦੇ ਨਾਲ ਨਵੰਬਰ 2021 ਵਿੱਚ ਕਮਿੰਸ ਦੇ ਕਪਤਾਨ ਬਣਨ ਤੋਂ ਬਾਅਦ ਇਹ ਤੀਜੀ ਵਾਰ ਹੋਵੇਗਾ ਜਦੋਂ ਸਮਿਥ ਨੇ ਟੈਸਟ ਕਪਤਾਨ ਵਜੋਂ ਕਦਮ ਰੱਖਿਆ ਹੈ। ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ 'ਚ ਭਾਰਤ ਦੇ ਵਣਜ ਦੂਤ ਘਰ ਨੂੰ ਖਾਲਿਸਤਾਨ ਸਮਰਥਕਾਂ ਨੇ ਨਿਸ਼ਾਨਾ ਬਣਾਇਆ ਅਤੇ ਦਫ਼ਤਰ ਤੇ ਖਾਲਿਸਤਾਨ ਦਾ ਝੰਡਾ ਲਗਾ ਦਿੱਤਾ। ਇਹ ਘਟਨਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੱਲੋਂ ਦੇਸ਼ ਦਾ ਦੌਰਾ ਕਰਨ ਅਤੇ ਆਸਟ੍ਰੇਲੀਆ 'ਚ ਭਾਰਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਕੱਟੜਪੰਥੀ ਗਤੀਵਿਧੀਆਂ ਵਿਰੁੱਧ ਚੌਕਸੀ ਦੀ ਲੋੜ ਤੇ ਜ਼ੋਰ ਦੇਣ ਤੋਂ ਕੁਝ ਦਿਨ ਬਾਅਦ ਹੋਈ ਹੈ। ਬ੍ਰਿਸਬੇਨ ਨੇ ਟਾਰਿੰਗਾ ਉਪਨਗਰ ਦੇ ਸਵਾਨ ਰੋਡ ਸਥਿਤ ਭਾਰਤ ਦੇ ਵਣਜ ਦੂਤ ਘਰ 'ਚ 21 ਫਰਵਰੀ ਦੀ ਰਾਤ ਨੂੰ ਖਾਲਿਸਤਾਨ ਸਮਰਥਕਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਬ੍ਰਿਸਬੇਨ 'ਚ ਭਾਰਤ ਦੀ ਵਣਜ ਰਾਜਦੂਤ ਅਰਚਨਾ ਸਿੰਘ ਨੇ 22 ਫਰਵਰੀ ਨੂੰ ਦਫ਼ਤਰ 'ਚ ਖਾਲਿਸਤਾਨ ਦਾ ਝੰਡਾ ਲਗਾ ਦੇਖਿਆ। ਸਿੰਘ ਨੇ ਕਿਹਾ ਕਿ ਪੁਲਿਸ ਸਾਨੂੰ ਸੁਰੱਖਿਅਤ ਰੱਖਣ ਲਈ ਇਲਾਕੇ ਦੀ ਨਿਗਰਾਨੀ ਕਰ ਰਹੀ ਹੈ। ਸਾਨੂੰ ਪੁਲਿਸ ਪ੍ਰਸ਼ਾਸਨ ਤੇ ਦ੍ਰਿੜ ਵਿਸ਼ਵਾਸ ਹੈ। ਇਹ ਘਟਨਾ ਅਜਿਹੇ ਸਮੇਂ 'ਚ ਵਾਪਰੀ ਹੈ ਜਦੋਂ ਆਸਟ੍ਰੇਲੀਆ 'ਚ ਵੀ ਖਾਲਿਸਤਾਨ ਸਮਰਥਕਾਂ ਵੱਲੋਂ 3 ਹਿੰਦੂ ਮੰਦਰਾਂ ਦੀ ਭੰਨਤੋੜ ਕੀਤੀ ਗਈ ਹੈ। ਲਿਬਰਲ ਡਿਪਟੀ ਵੱਲੋਂ ਪ੍ਰਧਾਨ ਮੰਤਰੀ ਤੇ ਸੰਸਦ ਦੀ ਆਵਾਜ਼ ਨੂੰ ਸਿਆਸੀ ਪਾੜਾ ਵਜੋਂ ਵਰਤਣ ਦਾ ਦੋਸ਼ ਲਾਇਆ ਹੈ। ਸੂਜ਼ਨ ਲੇ ਦਾ ਕਹਿਣਾ ਹੈ ਕਿ ਵੌਇਸ ਬਾਰੇ ਲਿਬਰਲ ਪਾਰਟੀ ਦੇ ਸਵਾਲਾਂ ਤੇ ਜਵਾਬ ਦੇਣ ਤੋਂ ਇਨਕਾਰ, ਪਾਰਟੀ ਇਸ ਦਾ ਵਿਰੋਧ ਕਰਨ ਲਈ ਤਿਆਰ ਹੈ। ਇਸ ਤੋਂ ਬਾਅਦ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਵੇਰਵਿਆਂ ਤੇ ਸਵਾਲ ਉਲਝਣ ਪੈਦਾ ਕਰਨ ਲਈ ਤਿਆਰ ਕੀਤੇ ਗਏ ਨੇ। ਐਂਥਨੀ ਐਲਬਨੀਜ਼ੀ ਇੱਕ ਰਾਇਸ਼ੁਮਾਰੀ ਵਿੱਚ ਵੌਇਸ ਟੂ ਪਾਰਲੀਮੈਂਟ ਦਾ ਸਮਰਥਨ ਕਰਨ ਲਈ ਲਿਬਰਲ ਪਾਰਟੀ ਦੇ ਦਸਤਖਤ ਕਰਨ ਲਈ ਜ਼ੋਰ ਦੇ ਰਹੇ ਨੇ, ਪਰ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਵਿਸਥਾਰ ਦੀ ਘਾਟ ਦੇ ਕਾਰਨ ਸੰਭਾਵਿਤ ਸਮਰਥਨ ਨੂੰ ਰੋਕ ਦਿੱਤਾ ਹੈ। ਪੱਛਮੀ ਆਸਟ੍ਰੇਲੀਆ ਵਿੱਚ ਸਾਥੀ ਲਿਬਰਲਾਂ ਨੂੰ ਇੱਕ ਭਾਸ਼ਣ ਦੌਰਾਨ ਸ਼੍ਰੀਮਤੀ ਲੇ ਨੇ ਇੱਕ ਕਦਮ ਹੋਰ ਅੱਗੇ ਵਧਦੇ ਹੋਏ ਮਿਸਟਰ ਐਲਬਨੀਜ਼ੀ ਉੱਤੇ ਆਵਾਜ਼ ਨੂੰ ਇੱਕ ਸਿਆਸੀ ਪਾੜਾ ਵਜੋਂ ਵਰਤਣ ਦਾ ਦੋਸ਼ ਲਗਾਇਆ ਹੈ। ਸ਼੍ਰੀਮਾਨ ਐਲਬਨੀਜ਼ੀ ਨੇ ਕਿਹਾ ਹੈ ਕਿ ਲੋਕ ਆਪਣਾ ਨਿਰਣਾ ਕਰ ਸਕਦੇ ਹਨ ਕਿ ਗੱਠਜੋੜ ਉਸਾਰੂ ਹੋ ਰਿਹਾ ਹੈ। ਦੂਜੇ ਪਾਸੇ ਸਰਕਾਰ ਬਿੱਲ ਪੇਸ਼ ਕਰਨ ਵਾਲੀ ਹੈ ਜੋ ਅਗਲੇ ਮਹੀਨੇ ਬੈਠਣ ਤੇ ਜਨਮਤ ਸੰਗ੍ਰਹਿ ਕਰਵਾਉਣ ਦੇ ਯੋਗ ਹੋਵੇਗਾ। ਸੰਵਿਧਾਨ ਵਿੱਚ ਵੌਇਸ ਟੂ ਪਾਰਲੀਮੈਂਟ ਨੂੰ ਸ਼ਾਮਿਲ ਕਰਨਾ ਹੈ ਜਾਂ ਨਹੀਂ, ਇਸ ਬਾਰੇ ਵੋਟਿੰਗ ਇਸ ਸਾਲ ਦੇ ਅੰਤ ਤੱਕ ਕਰਵਾਈ ਜਾਵੇਗੀ। ਆਸਟ੍ਰੇਲੀਆ ਦੇ ਖੇਤਰੀ ਵਿਕਟੋਰੀਆ ਵਿੱਚ ਜ਼ਮੀਨ ਮਾਲਕ ਮਹਿਸੂਸ ਕਰਦੇ ਹਨ ਕਿ ਉਹਨਾਂ ਦੀ ਜ਼ਮੀਨ ਅਤੇ ਉਹਨਾਂ ਦੇ ਭਾਈਚਾਰਿਆਂ ਦੇ ਆਲੇ-ਦੁਆਲੇ ਬਿਜਲੀ ਦੀਆਂ ਵੱਡੀਆਂ ਟਰਾਂਸਮਿਸ਼ਨ ਲਾਈਨਾਂ ਬਣਾਉਣ ਦੀਆਂ ਯੋਜਨਾਵਾਂ ਬਾਰੇ ਉਹਨਾਂ ਨੂੰ ਉਚਿਤ ਢੰਗ ਨਾਲ ਸੂਚਿਤ ਨਹੀਂ ਕੀਤਾ। ਰਾਜ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ 25 ਸਾਲਾਂ ਲਈ ਬਿਜਲੀ ਟਰਾਂਸਮਿਸ਼ਨ ਬੁਨਿਆਦੀ ਢਾਂਚੇ ਦੀ ਮੇਜ਼ਬਾਨੀ ਕਰਨ ਵਾਲੇ ਜ਼ਮੀਨ ਮਾਲਕਾਂ ਨੂੰ $8,000 ਪ੍ਰਤੀ ਕਿਲੋਮੀਟਰ ਪ੍ਰਤੀ ਸਾਲ ਦਾ ਭੁਗਤਾਨ ਕਰੇਗੀ। ਪਰ ਅਰਾਰਤ ਦੇ ਉੱਤਰ ਵਿੱਚ ਬਲਗਾਨਾ ਵਿਖੇ ਜ਼ਮੀਨ ਦੇ ਮਾਲਕ ਲੈਰੀ ਮੈਕਲਰ ਨੇ ਦੱਸਿਆ ਹੈ ਕਿ ਯੋਜਨਾ ਪ੍ਰਕਿਰਿਆ ਸ਼ੰਬੋਲੀ ਸੀ ਅਤੇ ਉਸ ਲਈ ਨਵੀਆਂ ਅਦਾਇਗੀਆਂ ਬਹੁਤ ਜ਼ਿਆਦਾ ਨਹੀਂ ਹੋਣਗੀਆਂ ਕਿਉਂਕਿ ਪਾਵਰ ਲਾਈਨਾਂ ਸਿਰਫ ਕੁਝ 100 ਮੀਟਰ ਤੱਕ ਫੈਲੀਆਂ ਹੋਈਆਂ ਸਨ। ਰਾਜ ਸਰਕਾਰ ਦੇ ਪਹਿਲੇ $8,000 ਦੀ ਅਦਾਇਗੀ ਉਹਨਾਂ ਜ਼ਮੀਨ ਧਾਰਕਾਂ ਨੂੰ ਕੀਤੀ ਜਾਵੇਗੀ ਜੋ ਵਿਕਟੋਰੀਆ ਤੋਂ ਨਿਊ ਸਾਊਥ ਵੇਲਜ਼ ਇੰਟਰਕਨੈਕਟਰ ਵੈਸਟ ਅਤੇ ਵੈਸਟਰਨ ਰੀਨਿਊਏਬਲਸ ਲਿੰਕ ਟਰਾਂਸਮਿਸ਼ਨ
ਕੋਰੀਡੋਰ ਦੇ ਨਾਲ ਟਰਾਂਸਮਿਸ਼ਨ ਲਾਈਨਾਂ ਦੀ ਮੇਜ਼ਬਾਨੀ ਕਰਦੇ ਹਨ। ਕਿਸਾਨ ਸਾਲਾਂ ਤੋਂ ਪੱਛਮੀ ਨਵਿਆਉਣਯੋਗ ਲਿੰਕ ਦੇ ਵਿਰੁੱਧ ਮੁਹਿੰਮ ਚਲਾ ਰਹੇ ਨੇ, ਜੋ ਕਿ 500 ਕਿਲੋਵਾਟ ਹਾਈ ਵੋਲਟੇਜ ਟਰਾਂਸਮਿਸ਼ਨ ਲਾਈਨਾਂ ਨੂੰ 85 ਮੀਟਰ ਉਚਾਈ ਤੱਕ ਪ੍ਰਸਤਾਵਿਤ ਕਰਦਾ ਹੈ। ਮਨਾਰੋ ਲਈ ਸਾਬਕਾ ਲੇਬਰ ਮੈਂਬਰ ਸਟੀਵ ਵੈਨ ਨੇ ਆਗਾਮੀ NSW ਚੋਣਾਂ ਵਿੱਚ ਦੁਬਾਰਾ ਸੀਟ ਲਈ ਚੋਣ ਲੜਨ ਲਈ ਆਪਣਾ ਹੱਥ ਵਧਾ ਦਿੱਤਾ ਹੈ। ਦੱਸਣਯੋਗ ਹੈ ਕਿ ਸਟੀਵ ਵੈਨ 2003 ਤੋਂ 2011 ਤੱਕ ਮੋਨਾਰੋ ਲਈ ਲੇਬਰ ਦੇ ਮੌਜੂਦਾ ਮੈਂਬਰ ਸਨ ਅਤੇ ਟੈਰੀ ਕੈਂਪੇਸ ਦੀ ਵਾਪਸੀ ਤੋਂ ਬਾਅਦ ਉਹ ਹੁਣ ਪ੍ਰੀ ਚੋਣ ਲਈ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ। ਮੋਨਾਰੋ ਦੀ ਸੀਟ ਇਸ ਸਮੇਂ 11% ਦੇ ਫਰਕ ਨਾਲ ਨੈਸ਼ਨਲਜ਼ ਕੋਲ ਹੈ। ਵਿਵਾਦਗ੍ਰਸਤ ਸਾਬਕਾ ਰਾਸ਼ਟਰੀ ਨੇਤਾ ਜੌਨ ਬੈਰੀਲਾਰੋ ਨੇ 2011 ਤੋਂ 2021 ਤੱਕ ਸੀਟ ਸੰਭਾਲੀ ਸੀ ਅਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਸਾਬਕਾ NRL ਮਹਾਨ ਟੈਰੀ ਕੈਂਪੇਸ ਨੇ ਸੀਟ ਲਈ ਆਪਣੀ ਲੇਬਰ ਉਮੀਦਵਾਰੀ ਵਾਪਿਸ ਲੈ ਲਈ ਸੀ। ਹੁਣ ਦਿਓ ਮੈਨੂੰ ਇਜਾਜ਼ਤ, ਅਗਲੀ ਅਪਡੇਟ ਲੈ ਕੇ ਮੈਂ ਤੁਹਾਡੇ ਸਾਹਮਣੇ ਜਲਦ ਹੀ ਹਾਜ਼ਰ ਹੋਵਾਂਗੀ। ਧੰਨਵਾਦ।